ਹੁਸ਼ਿਆਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਚੇਤਨ ਕਸ਼ਪ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਔਰ ਕੇਂਦਰ ਸਰਕਾਰ ਆਮੋ ਸਾਹਮਣੇ ਨੇ। ਜਿੱਥੇ ਪਹਿਲਾਂ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ, ਉੱਥੇ ਹੀ ਹੁਣ ਤਕਰੀਬਨ 4 ਮਹੀਨੇ ਦੇ ਲਗਭਗ ਸਮਾਂ ਹੋਣ ਵਾਲਾ ਹੈ। ਕਿਸਾਨ ਜਥੇਬੰਦੀਆਂ ਤੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਆ ਉੱਥੇ ਲੋਕਾਂ ਦੀ ਜਿਹੜੀ ਦਿੱਲੀ ਦੀਆਂ ਵੱਖ-ਵੱਖ ਬਰੂਹਾਂ ਤੇ ਕੇਂਦਰ ਸਰਕਾਰ ਵਿਰੁੱਧ ਧਰਨਿਆਂ ਤੇ ਡਟੀ ਹੋਈ ਹੈ। ਸਾਡੇ ਨਾਲ ਇਸ ਵਕਤ ਗੱਲਬਾਤ ਕਰਨ ਲਈ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਿੱਲੀ ਤੋਂ ਹਾਲ ਹੀ ਵਿੱਚ ਅੱਜ ਸਵੇਰੇ ਹੀ ਉਹਨਾਂ ਦੱਸਣ ਮੁਤਾਬਕ ਕਿ ਹੁਸ਼ਿਆਰਪੁਰ 'ਚ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਦਿੱਲੀ ਦੇ ਵਿੱਚ ਮਾਹੌਲ ਹੈ ਔਰ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਇੱਕ ਵਾਰ ਫਿਰ ਤੋਂ ਦਿੱਤਾ ਗਿਆ, ਕਿਸ ਤਰ੍ਹਾਂ ਦੀ ਉਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਨੇ। ਰਾਏ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਹੁਸ਼ਿਆਰਪੁਰ ਨਿਊਜ਼ ਚੈਨਲ ਤੇ ਜੀ। ਬਹੁਤ ਧੰਨਵਾਦ ਜੀ ਤੁਹਾਡਾ, ਹੁਸ਼ਿਆਰਪੁਰ ਨਿਊਜ਼ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ-ਬਹੁਤ। ਰਾਏ ਸਾਹਿਬ, ਪਿਛਲੇ 4 ਮਹੀਨਿਆਂ ਤੋਂ ਜੇਕਰ ਆਪਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਸਨ ਤੇ ਹੁਣ ਲਗਭਗ 4 ਮਹੀਨੇ ਦੇ ਕਰੀਬ ਦਾ ਸਮਾਂ ਹੋਣ ਵਾਲਾ। ਤੁਸੀਂ ਅੱਜ ਹੀ ਆਏ ਹੋ ਹੁਸ਼ਿਆਰਪੁਰ, 4 ਮਹੀਨਿਆਂ ਦੇ ਲੰਬੇ ਸਮੇਂ ਬਾਅਦ ਆਏ ਹੋ ਹੁਸ਼ਿਆਰਪੁਰ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਦੱਸੋ ਕਿਸ ਤਰ੍ਹਾਂ ਦਾ ਦਿੱਲੀ ਦੇ ਵਿੱਚ ਮਾਹੌਲ ਹੈ। ਦਿੱਲੀ 'ਚ ਮਾਹੌਲ ਬੜਾ ਅੱਛਾ ਹੈ, ਪੂਰੀ ਚੜ੍ਹਦੀ ਕਲਾ 'ਚ ਹੈ। ਔਰ ਮੈਂ ਕਹਾਂਗਾ ਕਿ ਜਿੰਨੀਆਂ ਟਰਾਲੀਆਂ ਪਹਿਲਾਂ 26 ਨਵੰਬਰ ਨੂੰ ਗਈਆਂ ਸੀ ਉਹ ਤੋਂ ਕਿਤੇ ਵੱਧ ਟਰਾਲੀਆਂ ਨੇ ਉੱਥੇ। ਹਰਿਆਣੇ ਵਾਲਿਆਂ ਵੀਰਾਂ ਨੇ ਸੰਖਿਆ ਬੜੀ ਵਧਾਈ ਹੈ। ਸੋ ਇਸ ਕਰਕੇ ਬਿਲਕੁਲ ਦਿੱਲੀ ਦਾ ਮਾਹੌਲ ਬੜਾ ਅੱਛਾ ਹੈ, ਚੜ੍ਹਦੀ ਕਲਾ 'ਚ ਹੈ। ਸੋ ਕੱਲ੍ਹ ਇੱਕ ਵਾਰ ਫਿਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਪਹਿਲਾਂ ਤਾਂ ਦੱਸੋ ਇਹ ਤੈਅ ਕੀਤੀਆਂ ਗਈਆਂ ਨੇ? ਦੇਖੋ, ਇਹਦੇ ਵਿੱਚ ਅਸੀਂ ਅਪੀਲ ਕੀਤੀ ਸੀਗੀ ਕਿ ਸਾਰੇ ਆੜ੍ਹਤੀਏ ਵੀਰ, ਜਿੰਨੀਆਂ ਆੜ੍ਹਤੀਏ ਐਸੋਸੀਏਸ਼ਨ ਹੈ, ਮੰਡੀਆਂ, ਦੁਕਾਨਦਾਰ ਵੀਰ, ਸਾਰੇ ਜਿੰਨੇ ਵੀ ਸਾਡੇ ਵੀਰ ਨੇ ਆਪਣੇ ਕਾਰੋਬਾਰੀ, ਸਾਰਿਆਂ ਨੂੰ ਬੇਨਤੀ ਸੀ ਕਿ ਸਾਡਾ ਜਿਹੜਾ ਇਹ ਸਮਰਥਨ ਇਹਦੇ ਵਿੱਚ ਕਰੋ ਡਟ ਕੇ, ਕਿਉਂਕਿ ਇਹ ਖਾਸ ਕਰ ਜਿਹੜੀ ਸੈਂਟਰ ਸਰਕਾਰ ਹੈ ਉਹਨੂੰ ਹਿਲਾਉਣ ਵਾਸਤੇ ਕਾਲ ਦਿੱਤੀ ਗਈ ਆ। ਇਹਦੇ ਵਿੱਚ ਸਾਡਾ ਸਮਰਥਨ ਕਰੋ, ਇਹਨੂੰ ਆਪਾਂ ਜਿਹੜਾ ਪੂਰਾ ਸਫਲਤਾਪੂਰਵਕ ਬੰਦ ਕਰ ਸਕੀਏ। ਸੋ ਕੀ ਸਮਾਂ ਤੈਅ ਕੀਤਾ ਗਿਆ ਹੈ? ਕਿਉਂਕਿ ਪਿੱਛੇ ਜੀ ਰੇਲ ਰੋਕੋ ਅੰਦੋਲਨ ਤਹਿਤ 3 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਸੀ ਜਥੇਬੰਦੀਆਂ ਵੱਲੋਂ। ਸੋ ਕੱਲ੍ਹ ਦਾ ਕੀ ਪ੍ਰੋਗਰਾਮ ਤੈਅ ਕੀਤਾ ਗਿਆ, ਕਿੰਨਾ ਸਮਾਂ ਹੈ? ਵੈਸੇ ਤਾਂ ਇਹ 6 ਤੋਂ 6 ਦਾ ਹੀ ਹੈ ਸੁਬਾਹ ਤੋਂ, ਪਰ ਅਸੀਂ ਆਮ ਸਾਰਿਆਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਜੇ 10 ਵਜੇ ਤੋਂ ਵੀ ਸ਼ੁਰੂ ਕਰ ਲਓ ਤਾਂ ਸ਼ਾਮ 6 ਵਜੇ ਤੱਕ ਇਹ ਪੂਰਾ ਮਤਲਬ ਬੰਦ ਜਿਹੜਾ ਰਹੇਗਾ। ਸੋ ਇਹਨੂੰ ਪੂਰਾ ਬੰਦ ਕਰਾਂਗੇ। ਠੀਕ ਹੈ। ਰਾਏ ਸਾਹਿਬ, ਬੀਤੇ ਦਿਨ ਹੀ ਤੁਹਾਡਾ ਇੱਕ ਬਿਆਨ ਆਇਆ ਬੀਤੇ ਦਿਨ ਹੀ ਕਿ ਆਪਾਂ ਭਾਰਤ ਬੰਦ ਦਾ ਜਿਹੜਾ ਸੱਦਾ ਹੈ, ਉਹਦੀ ਜਿਹੜਾ ਸੱਦਾ ਦਿੱਤਾ ਗਿਆ ਉਸ ਨੂੰ ਵਾਪਸ ਲੈਂਦੇ ਆ। ਕਿੰਨੀ ਕੁ ਸੱਚਾਈ ਹੈ? ਦਰਅਸਲ ਇਸ ਤਰ੍ਹਾਂ ਸੀ ਕਿ ਮੈਂ ਰਾਤ ਹੀ ਉਹ ਗੱਡੀ 'ਚ ਬੈਠਿਆਂ ਇਹ ਮੈਸੇਜ ਪਾਇਆ ਸੀ। ਉਹ ਥੋੜ੍ਹੀ ਜਿਹੀ ਮਿਸਟੇਕ ਮੇਰੇ ਕੋਲੋਂ ਵੀ ਹੋਈ ਹੈ, ਕਿਉਂਕਿ ਮੈਂ ਮੈਸੇਜ ਤਾਂ ਇਹ ਦੇਣਾ ਚਾਹੁੰਦਾ ਸੀ ਕਿ ਜਿਹੜੀਆਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ, ਆਪਾਂ ਉਹਨਾਂ ਨੂੰ ਨਹੀਂ ਰੋਕਣਾ ਕਿਤੇ ਵੀ, ਉਹਨਾਂ ਵਾਸਤੇ ਆਪਾਂ ਉਹਨਾਂ ਨੂੰ ਬੰਦ ਨਹੀਂ ਕਰਨਾ। ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਨੂੰ, ਚਾਹੇ ਉਹ ਗੱਡੀਆਂ 'ਚ, ਟਰਾਲੀਆਂ 'ਚ, ਬੱਸਾਂ 'ਚ, ਜਿੱਦਾਂ ਵੀ ਜਾਂਦੇ ਹੈਗੇ ਆ, ਉਹ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਨਹੀਂ ਰੋਕਣਾ। ਪਰ ਉਹ ਮੇਰੇ ਕੋਲੋਂ ਆਖਿਆ ਗਿਆ ਕਿ ਅਸੀਂ ਜਿਹੜੀ ਆਪਣੀ ਜਥੇਬੰਦੀ ਵੱਲੋਂ ਕਾਲ ਵਾਪਸ ਲੈਂਦੇ ਹਾਂ। ਮੈਂ ਮਾਫੀ ਵੀ ਚਾਹੁੰਦਾ, ਔਰ ਕਿਉਂਕਿ ਮੈਂ ਸੰਯੁਕਤ ਮੋਰਚੇ ਤੋਂ ਬਾਹਰ ਨਹੀਂ ਹੈਗਾ। ਜੋ ਸੰਯੁਕਤ ਮੋਰਚੇ ਦੀ ਕਾਲ ਹੈ ਉਹਨੂੰ ਬਾਖੂਬੀ ਨਿਭਾਵਾਂਗੇ ਔਰ ਉਹਨਾਂ ਦੇ ਨਾਲ ਆ ਬਿਲਕੁਲ। ਉਹ ਸਾਡੀ ਆਪਣੀ ਕਾਲ ਹੈ, ਇਸ ਕਰਕੇ ਇਹਨੂੰ ਪੂਰਨ ਬੰਦ ਜਿਹੜਾ ਆਪਾਂ ਕਰਨ ਦੇ ਵਿੱਚ ਪੁਰਜ਼ੋਰ ਆਪਣੀ ਜਿਹੜੀ ਆ ਜਥੇਬੰਦੀ ਵੱਲੋਂ ਤਾਕਤ ਲਾਵਾਂਗੇ ਜੀ। ਠੀਕ ਹੈ। ਰਾਏ ਸਾਹਿਬ, ਇੱਕ ਅਹਿਮ ਸਵਾਲ ਹੈ। ਇਹ ਬੀਤੀ 22 ਜਨਵਰੀ ਨੂੰ ਜਿਹੜਾ ਕੇਂਦਰ ਸਰਕਾਰ ਔਰ ਕਿਸਾਨਾਂ ਦੇ ਵਿਚਕਾਰ ਆਖਰੀ ਮੀਟਿੰਗ ਹੋਈ ਸੀ, ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹ ਮੀਟਿੰਗਾਂ ਦਾ ਦੌਰ ਹੈ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਸੋ ਕਿਸ ਤਰ੍ਹਾਂ ਦੁਬਾਰਾ ਸ਼ੁਰੂ ਹੋਏਗਾ? ਕਿਉਂਕਿ ਗੱਲਬਾਤ ਤੋਂ ਬਿਨਾਂ ਲੱਗਦਾ ਕੋਈ ਹੱਲ ਨਿਕਲੇਗਾ। ਜਿਹੜਾ ਡੈਡ ਲੋਕ ਹੈ ਕਿੱਦਾਂ ਇਹ ਟੁੱਟੇਗਾ? ਦੇਖੋ, ਇਹ ਇਸ ਤਰ੍ਹਾਂ ਹੈਗਾ ਕਿ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਇੱਕ ਕਾਲ ਦੀ ਦੂਰੀ 'ਤੇ, ਪਰ ਸਾਨੂੰ ਤਾਂ ਪਤਾ ਨਹੀਂ ਉਹ ਕਾਲ ਕਿੱਥੇ ਆ, ਜਿਹੜੀ ਨਰਿੰਦਰ ਮੋਦੀ ਜੀ ਨੇ ਕਦੋਂ ਕਾਲ ਕਰਨੀ ਆ, ਉਹ ਕਿੱਦਾਂ ਕਰਨੀ ਉਹਨਾਂ ਨੇ। ਪਰ ਮੈਂ ਕਹਾਂਗਾ ਕਿ ਸਰਕਾਰ ਬੜੀ ਜਿੱਤ ਅੜੀ ਹੋਈ ਹੈ। ਸਰਕਾਰ ਕਿਤੇ ਨਾ ਕਿਤੇ ਸਮਝਦੀ ਆ ਵੀ ਕਣਕ ਦੀ ਵਾਢੀ ਆ ਰਹੀ ਹੈ, ਲੋਕ ਚਲੇ ਜਾਣਗੇ ਘਰਾਂ ਨੂੰ। ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਸਰਕਾਰ ਨੂੰ ਇਹ ਭੁਲੇਖਾ ਹੈ। ਸਾਡੇ ਲੋਕ ਜਦੋਂ ਇਹ ਕਿਤੇ ਪੈਰ ਪੁੱਟ ਰਹੇ ਨੇ, ਪਿੱਛੇ ਨਹੀਂ ਹਟਦੇ ਹੁੰਦੇ, ਜਿੰਨਾ ਮਰਜ਼ੀ ਘਾਟਾ ਨਫਾ ਹੋਵੇ। ਕਣਕ ਦੀ ਵਾਢੀ ਵੀ ਚੁੱਕੀ ਜਾਣੀ ਆ। ਸਾਡਾ ਤਾਂ ਹੁਣ ਦੁਆਬੇ ਦੀ ਗੰਨੇ ਦੀ ਵੈਲਟ ਸੀਗੀ, ਗੰਨੇ ਦਾ ਸੀਜ਼ਨ ਸਭ ਤੋਂ ਲੰਬਾ ਹੁੰਦਾ 4 ਮਹੀਨੇ ਦਾ, ਉਹ ਗੰਨਾ ਸਾਰਾ ਚੁੱਕਿਆ ਗਿਆ ਅਤੇ ਕਣਕ ਤਾਂ 10-15 ਦਿਨਾਂ ਚੁੱਕੀ ਜਾਣੀ ਆ। ਫਿਰ ਦਿੱਲੀ ਵੱਲ ਕੂਚ ਸਾਰੇ ਕਰ ਜਾਣਗੇ ਦੁਬਾਰਾ ਫਿਰ। ਇਸ ਕਰਕੇ ਉੱਥੇ ਸੰਖਿਆ ਨਹੀਂ ਘਟਣੀ, ਸੰਖਿਆ ਵਧੇਗੀ। ਕੋਈ ਇੱਦਾਂ ਦੀ ਗੱਲ ਨਹੀਂ। ਸਰਕਾਰ ਜਿਹੜੀ ਆ ਉਹ ਕਾਲ ਕਰੇ, ਉਹ ਬੁਲਾਵੇ। ਟੇਬਲ ਟਾਕ ਤੋਂ ਅਸੀਂ ਨਹੀਂ ਭੱਜਦੇ, ਜਦੋਂ ਮਰਜ਼ੀ ਬੁਲਾਉਣ ਅਸੀਂ ਜਾਵਾਂਗੇ। ਸਰਕਾਰ ਦੇ ਹੱਥ 'ਚ ਹੈ। ਪਰ ਵੈਸੇ ਵੀ ਇੱਕ ਵੱਡਾ ਸਵਾਲ ਹੈ, ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਇਹ ਘਰ ਘਰ ਜਾ ਕੇ ਵੋਟਾਂ ਮੰਗਦੇ ਨੇ, ਰੈਲੀਆਂ ਵੀ ਇਹ ਕਰਦੇ ਨੇ, ਲੋਕਾਂ ਅੱਗੇ ਹੱਥ ਅੱਡਦੇ ਨੇ, ਸਾਨੂੰ ਵੋਟ ਪਾਓ, ਆਪਾਂ ਸੱਤਾ ਦੇ ਵਿੱਚ ਆਵਾਂਗੇ ਤਾਂ ਇਹ ਕਰਾਂਗੇ, ਉਹ ਕਰਾਂਗੇ। ਅਤੇ ਹੁਣ ਕਿਸਾਨਾਂ ਕੋਲ ਇਹਨਾਂ ਨੂੰ ਕਿਉਂ ਸ਼ਰਮ ਆ ਰਹੀ ਹੈ? ਇੰਨੀ ਕਿਉਂ ਨਹੀਂ ਇਹਨਾਂ ਨੂੰ ਬੁਲਾਵਾ ਭੇਜਿਆ ਜਾ ਰਿਹਾ? ਉਹ ਮੈਂ ਕਹਾਂਗਾ ਵੀ ਕਿਤੇ ਨਾ ਕਿਤੇ ਉਹ ਜਿਹੜੀ 56 ਇੰਚ ਦੀ ਛਾਤੀ ਆ ਨਾ, ਉਹ ਹੁਣ ਕਿਤੇ ਛੋਟੀ ਹੁੰਦੀ ਨਜ਼ਰ ਆਉਂਦੀ ਆ। ਮੋਦੀ ਹੈ ਤਾਂ ਮੁਮਕਿਨ ਹੈ ਉਹ ਕਿਤੇ ਉਹ ਗੱਲ ਜਿਹੜੀ ਆ ਨਾ ਉਹ ਖਤਮ ਹੁੰਦੀ ਨਜ਼ਰ ਆਉਂਦੀ ਆ। ਜਿਵੇਂ ਅਮਿਤ ਸ਼ਾਹ ਜੀ ਨੇ ਰਾਜੇਵਾਲ ਸਾਹਿਬ ਨੂੰ ਕਿਹਾ ਵੀ ਕਿ ਇੱਕ ਚਿਹਰਾ ਹੈ ਮੋਦੀ ਜੀ, ਫਿਰ ਉਹ ਚਿਹਰਾ ਨਹੀਂ ਰਹਿਤਾ ਅਗਰ ਉਹ ਬਾਤ ਕੋ ਪਿੱਛੇ ਹਟ ਜਾਤੇ।
ਜਾਤਿਆਂ ਤੋਂ। ਕਹਿਣੇ ਦਾ ਭਾਵ ਹੈ ਕਿਤੇ ਨਾ ਕਿਤੇ ਉਹਨਾਂ ਦੀ ਈਗੋ, ਆਪਣੀ ਜਿੱਦ, ਆਪਣੀ ਪ੍ਰੈਸਟੀਜ ਬਣਾ ਕੇ ਬੈਠੇ ਨੇ। ਉਹਨਾਂ ਨੂੰ ਕੋਈ ਲਿਹਾਜ਼ ਨਹੀਂ ਦੇਸ਼ ਦੇ ਅੰਨਦਾਤਾ ਦਾ, ਉਹਨੂੰ ਕੋਈ ਲਿਹਾਜ਼ ਨਹੀਂ ਮਜ਼ਦੂਰ ਦਾ, ਉਹਨਾਂ ਨੂੰ ਕੋਈ ਲਿਹਾਜ਼ ਨਹੀਂ ਆਮ ਵਰਗ ਦਾ। ਉਹ ਦੁਨੀਆ ਮਰਦੀ ਮਰ ਜਾਏ, ਪਰ ਜਿਹੜਾ ਮੋਦੀ ਦਾ ਚਿਹਰਾ ਉਹ ਦਿਸਣਾ ਚਾਹੀਦਾ, ਉਹ ਰਹਿਣਾ ਚਾਹੀਦਾ। ਸੋ ਉਹਨਾਂ ਦੀ 56 ਇੰਚ ਦੀ ਛਾਤੀ ਜ਼ਰੂਰ ਰਹਿਣੀ ਚਾਹੀਦੀ ਆ, ਪਰ ਉਹਦੇ ਵਿੱਚ ਨੁਕਸਾਨ ਭਾਵੇਂ ਪੂਰਾ ਭਾਰਤ ਵਿਕ ਜਾਏ ਸਾਰਾ ਦਾ ਸਾਰਾ, ਉਹਨਾਂ ਨੂੰ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲਣਾ, ਕੋਈ ਗੱਲ ਨਹੀਂ, ਜਿੰਨਾ ਚਿਰ ਚੱਲੇਗਾ ਅੰਦੋਲਨ ਚਲਾਵਾਂਗੇ, ਪਰ ਇਸ ਫਿਰ ਬੀਜੇਪੀ ਨੂੰ ਭਜਾ ਕੇ ਜਾਵਾਂਗੇ। ਬੀਤੇ ਦਿਨ ਹੀ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਇੱਕ ਬਿਆਨ ਆਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਆ, ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇ। ਤਾਂ ਇਸ ਤੋਂ ਇਲਾਵਾ ਇੱਕ ਉਹਨਾਂ ਦਾ ਹੋਰ ਵੀ ਵੱਡਾ ਬਿਆਨ ਆਇਆ ਸੀ, ਜਦੋਂ ਕਿਸੇ ਰਾਜਸੀ ਆਗੂ ਦੀ ਕੁੱਤੀ ਵੀ ਮਰ ਜਾਂਦੀ ਹੈ ਤਾਂ ਜਿਹੜੇ ਰਾਜਨੀਤਿਕ ਆਗੂ ਆ ਜਾਂ ਕੈਬਨਿਟ 'ਚ ਬੈਠੇ ਆ ਉਹ ਸੋਗ ਸੰਦੇਸ਼ ਭੇਜ ਦਿੰਦੇ ਆ। 300 ਤੋਂ ਵਧੇਰੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ, ਪਰ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ। ਮੈਂ ਸਮਝਾਂਗਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਪਾਰਟੀਆਂ ਦੇ ਵਿੱਚ ਕੋਈ ਲੋਕ ਨਹੀਂ ਹੈਗੇ ਜਿਨ੍ਹਾਂ ਦੀ ਅਣਖ ਔਰ ਗੈਰਤ ਹੈ, ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ। ਜਾਗਦੀ ਜ਼ਮੀਰ ਵਾਲੇ ਇਦਾਂ ਦੇ ਬਿਆਨ ਦਿੰਦੇ ਆ। ਅਸੀਂ ਉਹ ਰਾਜਪਾਲ ਜੀ ਦੇ ਬਿਆਨ ਦਾ ਸਵਾਗਤ ਕਰਦੇ ਹਾਂ। ਮੈਂ ਤਾਂ ਇਹ ਕਹਾਂਗਾ ਕਿ ਟੋਟਲ ਬੀਜੇਪੀ ਨੂੰ ਇਸ ਤਰ੍ਹਾਂ ਦੇ ਬਿਆਨ ਦੇਣੇ ਚਾਹੀਦੇ ਤਾਂ ਕਿ ਇਹ ਜਿਹੜਾ ਨਰਿੰਦਰ ਮੋਦੀ ਆ ਜਾਂ ਅਮਿਤ ਸ਼ਾਹ, ਇਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਬੀਜੇਪੀ ਆ ਉਹਦੇ ਵਿੱਚ ਅੰਦਰ ਅੰਦਰ ਹੀ ਇਹ ਭਾਵਨਾ ਹੈਗੀ ਆ ਕਿ ਕਿਸਾਨ ਜਿਹੜੇ ਆ ਉਹ ਸੱਚੀ ਲੜਾਈ ਲੜ ਰਹੇ ਨੇ, ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ। ਔਰ ਇਹ ਤਿੰਨੋਂ ਜਿਹੜੇ ਖੇਤੀ ਕਾਨੂੰਨ ਨੂੰ ਰੱਦ ਕਰਕੇ MSP ਤੇ ਲਿਖਤ ਗਰੰਟੀ ਦੇ ਕੇ ਉਹਨਾਂ ਨੂੰ ਘਰ ਭੇਜਣਾ ਚਾਹੀਦਾ। ਇਹ ਮੈਂ ਕਹੂੰਗਾ ਇਹ ਜਾਗਦੀ ਜ਼ਮੀਰ ਵਾਲੇ ਹੀ ਕਰ ਸਕਦੇ ਆ। ਪੰਜਾਬ 'ਚ ਵੀ ਬੀਜੇਪੀ ਬੈਠੀ ਆ, ਇਹਨਾਂ ਦੀ ਮਰੀ ਹੋਈ ਜ਼ਮੀਰ ਹੈ, ਇਹ ਕੋਈ ਬਿਆਨ ਨਹੀਂ ਦੇ ਸਕਦੇ। ਬਿਲਕੁਲ ਉਹਦੇ ਤੋਤੇ ਬਣੇ ਹੋਏ ਆ, ਜਿੱਦਾਂ ਉਹ ਬੁਲਾਉਂਦਾ ਉੱਦਾਂ ਬੋਲਦੇ ਆ। ਪਰ ਮੈਂ ਇਹ ਗੱਲ ਕਹਾਂਗਾ ਇਹਨਾਂ ਨੂੰ ਵੀ ਆਪਣੀ ਜ਼ਮੀਰ ਨੂੰ ਜਗਾਉਣਾ ਚਾਹੀਦਾ, ਇਹਨੂੰ ਸਿੱਖਣਾ ਚਾਹੀਦਾ। ਮੇਘਾਲਿਆ ਦੇ ਜਿਹੜੇ ਰਾਜਪਾਲ ਜੀ ਆ ਮਲਿਕ ਜੀ, ਉਹਨਾਂ ਕੋਲੋਂ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਇਸ ਤਰ੍ਹਾਂ ਖੁੱਲ੍ਹ ਕੇ। ਮੈਂ ਤਾਂ ਕਹੂੰਗਾ ਰਾਜਨਾਥ ਜੀ ਨੇ ਵੀ ਕਿਹਾ ਵੀ ਇਹਨਾਂ ਦੀ ਗੱਲ ਮੁਕਾਉਣੀ ਚਾਹੀਦੀ ਆ। ਕਿਤੇ ਨਾ ਕਿਤੇ ਬੀਜੇਪੀ ਦੇ ਅੰਦਰ ਜਿਹੜੀ ਬਗਾਵਤ ਵੀ ਨਜ਼ਰ ਆ ਰਹੀ ਹੈ, ਔਰ ਇਹ ਚੰਗੀ ਗੱਲ ਹੈ ਕਿ ਅੰਦੋਲਨ ਦਾ ਇਹ ਪ੍ਰਭਾਵ ਹੈ। ਔਰ ਕਿਤੇ ਨਾ ਕਿਤੇ ਇਹਨਾਂ ਨੂੰ ਮੰਨਣਾ ਪਊ, ਨਹੀਂ ਤਾਂ ਫਿਰ ਆਪਸ ਵਿੱਚ ਇਹਨਾਂ ਦੀ ਫੁੱਟ ਵੀ ਨਜ਼ਰ ਆਏਗੀ। ਔਰ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਆ ਉਹ ਕਲੀਨ ਸਵੀਪ ਕਰ ਦਿਆਂਗੇ, ਜਿਵੇਂ ਪੰਜਾਬ 'ਚ ਹੈ ਪੂਰੇ ਭਾਰਤ 'ਚੋਂ ਕਲੀਨ ਸਵੀਪ। ਲੱਗਦਾ ਨਹੀਂ ਕਿਤੇ ਨਾ ਕਿਤੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ, ਖਾਸ ਕਰ ਸਿੱਖ ਕਮਿਊਨਿਟੀ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਅੰਦੋਲਨ ਦੌਰਾਨ? ਬਿਲਕੁਲ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਗੱਲ ਬਣਾਈ। ਪਹਿਲਾਂ ਤਾਂ ਕਹਿਣ ਲੱਗੇ ਇਕੱਲੇ ਪੰਜਾਬ ਵਾਲੇ, ਫਿਰ ਕਹਿਣ ਲੱਗ ਪਏ ਖਾਲਿਸਤਾਨੀ ਨੇ। ਫਿਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ, ਜਿਸ ਦਿਨ ਉਹ ਕੇਸਰੀ ਉੱਥੇ ਨਿਸ਼ਾਨ ਸਾਹਿਬ ਲਗਾਇਆ ਗਿਆ, ਉਸ ਦਿਨ ਇਹਨਾਂ ਨੇ ਇੱਕ ਪੂਰਾ ਮਾਹੌਲ ਕ੍ਰੀਏਟ ਇੱਦਾਂ ਦਾ ਕਰਨਾ ਚਾਹਿਆ ਭਾਰਤ ਦੇ ਵਿੱਚ, ਪੂਰੇ ਦੇ ਵਿੱਚ, ਵੀ ਇਹ ਤਾਂ ਜੀ ਇਹ ਲੋਕ ਖਾਲਿਸਤਾਨੀ ਨੇ, ਇਹ ਤਾਂ ਦੇਸ਼ ਵਿਰੋਧੀ ਨੇ, ਦੇਸ਼ ਵਿਰੋਧੀ ਤਾਕਤਾਂ ਆ ਗਈਆਂ ਨੇ। ਬੜਾ ਇਹਨਾਂ ਨੇ ਕੂੜ ਪ੍ਰਚਾਰ ਕੀਤਾ। ਪਰ ਉਹਦੇ ਵਿੱਚ ਮੈਂ ਕਹੂੰਗਾ ਵੀ ਸਾਡਾ ਹਿੰਦੂ ਭਾਈਚਾਰਾ ਵੀ ਸਾਡੇ ਨਾਲ ਖੜ ਗਿਆ। ਉਹਨਾਂ ਨੇ ਸਾਰਿਆਂ ਨੇ ਕਿਹਾ, ਜਿਵੇਂ ਮੈਂ ਖਾਸ ਕਰ ਸ਼ਿਵ ਸੈਨਾ ਵਾਲੇ ਜਿਹੜੇ ਉਹਨਾਂ ਨੂੰ ਕਹਾਂਗਾ, ਉਹਨਾਂ ਨੇ ਬਿਆਨ ਜਾਰੀ ਕੀਤਾ ਵੀ ਕਿਤੇ ਨਹੀਂ ਇਹ ਤਿਰੰਗੇ ਦਾ ਅਪਮਾਨ ਹੋਇਆ। ਸੋ ਇਹ ਬੜੀ ਸਾਜ਼ਿਸ਼ ਹੈ ਜਿਹੜੀ ਇਹਨਾਂ ਦੀ, ਦੋਗਲਾ ਚਿਹਰਾ ਬੀਜੇਪੀ ਦਾ। ਲੋਕਾਂ ਨੂੰ ਇਹ ਫਿਰਕੂਪ੍ਰਸਤ ਦੀ ਰਾਜਨੀਤੀ ਕਰਦੇ ਨੇ, ਲੋਕਾਂ ਨੂੰ ਧਰਮ ਦੇ ਨਾਂ 'ਤੇ, ਲੋਕਾਂ ਨੂੰ ਜਾਤ ਦੇ ਨਾਂ 'ਤੇ ਲੜਾ ਕੇ ਆਪਣੀਆਂ ਕੁਰਸੀਆਂ ਬਚਾਉਣੀਆਂ ਚਾਹੁੰਦੇ ਨੇ। ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲੂਗਾ, ਹੁਣ ਲੋਕ ਸਮਝ ਜਾਂਦੇ ਨੇ ਹੌਲੀ ਹੌਲੀ। ਲੱਖਾ ਸਿਧਾਣਾ ਔਰ ਦੀਪ ਸਿੱਧੂ ਅਹਿਮ ਚਿਹਰਾ ਰਹੇ ਨੇ ਅੰਦੋਲਨ ਦੌਰਾਨ, ਹੁਣ ਵੀ ਨੇ। ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਲੱਖੇ ਸਿਧਾਣੇ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ। ਮੀਟਿੰਗ 'ਚ ਕੀ ਕੁਝ ਹੋਇਆ, ਕੋਈ ਵੀ ਕਿਸਾਨ ਆਗੂ ਖੁੱਲ੍ਹ ਕੇ ਬੋਲਣ ਨੂੰ ਸਾਹਮਣੇ ਨਹੀਂ ਆ ਰਿਹਾ ਹੈ। ਦਰਅਸਲ ਉਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਨਹੀਂ ਹੋਈ, ਹਾਲੇ ਬੱਤੀਆਂ ਦੀ ਹੋਈ ਹੈ, ਕੱਲ੍ਹ ਹੀ ਹੋਈ ਹੈ ਉਹ। ਔਰ ਉਸ ਮੀਟਿੰਗ ਦੇ ਵਿੱਚ ਲਗਭਗ ਇਹ ਸਹਿਮਤੀ ਬਣ ਗਈ ਕਿ ਆਪਾਂ ਸੰਯੁਕਤ ਮੋਰਚੇ ਦੇ ਵਿੱਚੋਂ ਇਹ ਪਾਸ ਕਰਾ ਲਈਏ। ਅਤੇ ਉਹਦੇ ਵਿੱਚ ਜਦੋਂ ਪਾਸ ਹੋ ਜਾਏਗਾ ਤਾਂ ਫਿਰ ਲੱਖਾ ਨਾਲ ਹੀ ਨਜ਼ਰ ਆਏਗਾ। ਉਹ ਸਾਡਾ ਹੀ, ਪੰਜਾਬ ਦਾ ਹੀ ਪੁੱਤਰ ਹੈ, ਕੋਈ ਗੱਲ ਨਹੀਂ। ਵੱਖਰੇਵੇਂ ਵਿਚਾਰਕ ਹੋ ਸਕਦੇ ਨੇ, ਪਰ ਉਹ ਸਾਡੇ ਨਹੀਂ, ਸਾਡੇ ਲਈ, ਪੰਜਾਬ ਲਈ ਹੀ ਲੜਦੇ ਨੇ, ਪੰਜਾਬ ਦੇ ਹੱਕਾਂ ਲਈ ਲੜਦੇ ਨੇ। ਉਹ ਵਿਚਾਰਕ ਵੱਖਰੇਵੇਂ ਹੁੰਦੇ ਆ, ਕਿਸੇ ਦਾ ਲੜਨ ਦਾ ਤਰੀਕਾ ਕੋਈ ਹੁੰਦਾ, ਕਿਸੇ ਦਾ ਕੋਈ ਹੁੰਦਾ। ਜਿਹੜੇ ਆਗੂ ਨੇ ਸਿਆਣੇ, ਉਹ ਜਰਾ ਕਹਿੰਦੇ ਨੇ ਵੀ ਟਿਕ ਕੇ ਆਪਾਂ ਲੜਨਾ ਹੈ, ਕੋਈ ਨੁਕਸਾਨ ਨਾ ਹੋਵੇ। ਨੌਜਵਾਨ ਜਿਹੜੇ ਆ ਥੋੜ੍ਹੇ ਜੋਸ਼ 'ਚ ਹੁੰਦੇ ਨੇ। ਸੋ ਇਹ ਕਈ ਵਾਰੀ ਜੋਸ਼ ਅਤੇ ਹੋਸ਼ ਦੇ ਵਿੱਚ ਟਕਰਾਅ ਵਾਲੀ ਗੱਲ ਹੋ ਜਾਂਦੀ, ਪਰ ਨਹੀਂ, ਉਹਨੂੰ ਹੁਣ ਦੂਰ ਕਰ ਲਿਆ ਗਿਆ। ਅਸੀਂ ਇਹ ਸਮਝਦੇ ਹਾਂ ਜੋਸ਼ ਅਤੇ ਹੋਸ਼ ਰਲ ਕੇ ਹੁਣ ਅੱਗੇ ਤੇ ਲੜਾਈ ਲੜੇਗਾ, ਔਰ ਵਧੀਆ ਜਿਹੜੀ ਆ ਇਹ ਆਪਾਂ ਜਿੱਤ ਕੇ ਆਵਾਂਗੇ। ਬਿਲਕੁਲ ਤੁਸੀਂ ਅੰਗ ਮੰਨਦੇ ਹੋ ਉਹਨਾਂ ਨੂੰ ਅੰਦੋਲਨ ਦਾ? ਬਿਲਕੁਲ। ਇੱਥੇ ਦਾ ਇੱਕ ਬੱਚਾ ਅੰਗ ਹੈ ਜੀ, ਜਿਹੜਾ ਇੱਥੋਂ ਚੱਲ ਕੇ ਗਿਆ। ਉਹ ਚਾਹੇ ਇੱਕ ਦਿਨ ਲਈ ਉਹਨੇ ਸ਼ਮੂਲੀਅਤ ਕੀਤੀ ਹੈ। ਇੱਕ ਜਿਹੜਾ ਪੰਜਾਬ ਦਾ ਨੌਜਵਾਨ, ਬਜ਼ੁਰਗ, ਹਰ ਵਰਗ ਦਾ ਜਿਹੜੇ ਵੀ ਕੋਈ ਲੋਕ ਗਏ ਨੇ, ਉਹ ਹਰ ਇੱਕ ਦਾ ਮੈਂ ਕਹੂੰਗਾ ਪੂਰੀ ਦਾ ਪੂਰਾ ਯੋਗਦਾਨ ਹੈ। ਜਿਹਨੇ ਹਾਂ ਦਾ ਨਾਰਾ ਮਾਰਿਆ, ਜਿਹੜੇ ਨਹੀਂ ਵੀ ਗਏ ਇੱਥੋਂ, ਆਪਣੀ ਉਹਨਾਂ ਨੇ ਫਾਈਨੈਂਸ਼ੀਅਲ ਸਪੋਰਟ ਭੇਜੀ ਆ, NRI ਵੀਰਾਂ ਨੇ ਬਾਹਰੋਂ ਭੇਜੀ ਆ, ਸਾਰੇ ਹਿੱਸਾ ਨੇ ਅੰਦੋਲਨ ਦਾ। ਆਪਾਂ ਕਿਸੇ ਨੂੰ ਇਗਨੋਰ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹ ਸਾਰੇ ਹੀ ਅੰਗ ਨੇ ਸਾਡਾ। ਕੋਈ ਇੱਦਾਂ ਦੀ ਗੱਲ ਨਹੀਂ ਪਈ ਆਪਾਂ ਉਹਨਾਂ ਨੂੰ ਇਗਨੋਰ ਕਰਾਂਗੇ, ਉਹ ਬਿਲਕੁਲ ਸਾਡੇ ਨੇ। ਆਪਾਂ ਰਲ ਕੇ ਇਸ ਜੰਗ ਨੂੰ ਜਿੱਤਣਾ। ਰਾਜ ਸਾਹਿਬ, 26 ਜਨਵਰੀ ਦੀ ਘਟਨਾ ਤੋਂ ਬਾਅਦ ਕਾਫੀ ਉਤਰਾਅ ਚੜ੍ਹਾਅ ਆਏ ਨੇ ਅੰਦੋਲਨ ਦੇ ਵਿੱਚ। ਕਾਫੀ ਸਾਰੇ ਪੰਜਾਬੀ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵਕੀਲਾਂ ਦਾ ਪੈਨਲ ਵੀ ਤਿਆਰ ਕੀਤਾ ਗਿਆ, ਜਦ ਕਿ ਉੱਭਰ ਕੇ ਇਹੀ ਸਾਹਮਣੇ ਆ ਰਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉੱਥੇ ਮੁਖੀ ਨੇ ਮਨਜਿੰਦਰ ਸਿੰਘ ਸਿਰਸਾ, ਉਹੀ ਜ਼ਮਾਨਤਾਂ ਕਰਵਾ ਰਹੇ ਨੇ।
ਤੇ ਜੇਕਰ ਉਹ ਸਾਰਾ ਕੰਮ ਕਰ ਰਹੇ ਨੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਵਕੀਲ ਪੈਨਲ ਕੀ ਕਰ ਰਿਹਾ ਫਿਰ? ਨਹੀਂ ਇਹ ਇੱਥੇ ਥੋੜਾ ਜਿਹਾ ਭੁਲੇਖਾ ਹੈ, ਇਹ ਭੁਲੇਖਾ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਪੈਨਲ ਹੈ ਵਕੀਲਾਂ ਦਾ ਉਹ ਤਾਂ ਫ੍ਰੀ ਸੇਵਾ ਕਰ ਰਿਹਾ। ਉਹ ਲਗਭਗ ਹਾਈ ਕੋਰਟ ਜਿਹੜੀ ਹੈ, ਸੁਪਰੀਮ ਕੋਰਟ ਜਿਹੜੀ ਹੈ ਦਿੱਲੀ ਦੀ ਬਾਰ ਕੌਂਸਲ, ਹਰਿਆਣੇ ਦੀ ਬਾਰ ਕੌਂਸਲ, ਚੰਡੀਗੜ੍ਹ ਦੀ ਬਾਰ ਕੌਂਸਲ, ਸਾਰੀਆਂ ਬਾਰ ਕੌਂਸਲ ਨਾਲ ਕੇ 150 ਐਡਵੋਕੇਟ ਹੈ ਜਿਨ੍ਹਾਂ ਦਾ ਹੈੱਡ ਕੁਆਟਰ ਜਿਹੜਾ ਬਣਾਇਆ ਗਿਆ ਉਹ ਗੁਰਦੁਆਰਾ ਰਕਾਬਗੰਜ ਬਣਾਇਆ ਗਿਆ। ਇਸ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਨੂੰ ਲੋੜੀਂਦੇ ਕਾਗਜ਼ਾਤ ਸਾਰੇ ਮੁਹੱਈਆ ਕਰਾਉਂਦੀ ਹੈ, ਉਹ ਉਹਨਾਂ ਦਾ ਸਪੋਰਟ ਕਰਦੀ ਹੈ। ਪਰ ਸਾਡੀ ਪੂਰੀ ਟੀਮ ਜਿਹੜੀ ਅਸੀਂ ਬਣਾਈ ਹੋਈ ਆ, ਪ੍ਰੇਮ ਸਿੰਘ ਭੰਗੂ ਨੇ, ਰਮਿੰਦਰ ਜੀ ਨੇ, ਉਹਨਾਂ ਦੇ ਨਾਲ ਪੂਰੀ ਟੀਮ ਅਸੀਂ ਬਣਾ ਕੇ ਭੇਜੀ ਹੋਈ ਆ, ਬਾਬਾ ਕਮਲਜੀਤ ਜੀ ਨੇ, ਉਹ ਸਾਰੀ ਟੀਮ ਜਿਹੜੀ ਆ ਨਾਲ ਜਾ ਕੇ ਉਹਦੀ ਪੈਰਵਾਈ ਕਰ ਰਹੇ ਨੇ। ਸੋ ਇਹ ਜ਼ਰੂਰ ਹੁੰਦਾ ਕਈ ਵਾਰੀ ਵੀ ਜਦੋਂ ਰਿਲੀਜ਼ ਹੁੰਦੇ ਆ ਬੰਦੇ ਤਾਂ ਸਿਰਸਾ ਸਾਹਿਬ ਉੱਥੇ ਹੈਗੇ ਨੇ ਲਾਗੇ, ਉਹ ਅੱਗੇ ਹੋ ਕੇ ਉਹਨਾਂ ਨੂੰ ਵੈਲਕਮ ਕਰ ਦਿੰਦੇ ਨੇ, ਤਾਂ ਇਹ ਲੱਗਦਾ ਵੀ ਸ਼ਾਇਦ ਇਕੱਲੇ ਸਿਰਸਾ ਸਾਹਿਬ ਕਰ ਰਹੇ ਨੇ, ਰਲ ਕੇ ਹੋ ਰਿਹਾ ਸਾਰਾ ਕੁਝ। ਔਰ ਖਾਸ ਕਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹਰ ਨੌਜਵਾਨ ਦੇ ਮਗਰ ਖੜਾ, ਉਹਨਾਂ ਦਾ ਪੈਨਲ ਜਿਹੜਾ ਸਾਡਾ ਉਹ ਪੈਨਲ ਸਾਡੇ ਨਾਲ ਸਪੋਰਟ ਕਰ ਰਿਹਾ, ਕਿਸਾਨਾਂ ਨਾਲ ਸਪੋਰਟ ਕਰ ਰਿਹਾ। ਪਰ ਉਹ ਗੁਰਦੁਆਰਾ ਰਕਾਬਗੰਜ ਬਹਿੰਦੇ ਨੇ, ਉੱਥੋਂ ਹਰ ਪੇਪਰ ਦੇ ਜਿਹੜਾ ਮੁਹੱਈਆ ਕਰਾਉਣਾ ਉਹ ਸਿਰਸਾ ਸਾਹਿਬ ਕਰਵਾ ਦਿੰਦੇ ਨੇ। ਤਾਂ ਇਹ ਬੜਾ ਤਾਲਮੇਲ ਦੇ ਨਾਲ ਹੋ ਰਿਹਾ ਭਈ ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਕੇਵਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲਿਆਂ ਕਰਾ ਰਹੇ ਨੇ। ਬਿਲਕੁਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਨਾਲ ਰਲ ਕੇ ਇਹ ਸਾਰਾ ਕੁਝ ਜਿਹੜਾ ਹੁਣ ਤੱਕ ਪੈਰਵਾਈ ਹੋ ਰਹੀ ਹੈ, ਸੋ ਇਹਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਪਰ ਇਹ ਕਹਾਂਗੇ ਕਿ ਸੰਯੁਕਤ ਕਿਸਾਨ ਮੋਰਚਾ ਦਾ ਹੀ ਪੈਨਲ ਹੈ ਉਹ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਰਿਲੀਜ਼ ਕਰਵਾ ਰਿਹਾ ਹੈ। ਪਰ ਮਨਜੀਤ ਜੀ ਇੱਕ ਹੋਰ ਵੀ ਵੱਡਾ ਸਵਾਲ ਹੈ, ਇਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਰਹਿੰਦੀ ਹੈ, ਮੈਂ ਉਹਨਾਂ ਵਿਅਕਤੀਆਂ ਦੇ ਨਾਮ ਨਹੀਂ ਲਵਾਂਗਾ, ਸੋਸ਼ਲ ਮੀਡੀਆ ਤੇ ਚਰਚਾ ਰਹਿੰਦੀ ਹੈ ਕਿਸਾਨ ਆਗੂ ਤਾਂ ਮਹਿੰਗੇ ਹੋਟਲਾਂ ਦੇ ਵਿੱਚ ਰਹਿੰਦੇ ਨੇ, ਜਦ ਕਿ ਜਿਹੜੇ ਪਿੱਛੇ ਉਹਨਾਂ ਦੇ ਧਰਨਾਕਾਰੀ ਆਏ ਹੋਏ ਨੇ ਉਹ ਟਰੈਕਟਰਾਂ ਦੇ ਵਿੱਚ ਸੋ ਰਹੇ ਨੇ। ਨਹੀਂ ਉਹ ਇੱਦਾਂ ਹੈ ਕਿ ਇੱਕ ਦੋ ਕੋਈ ਬਜ਼ੁਰਗ ਆਗੂ ਉਹਨਾਂ ਨੂੰ ਉਹਨਾਂ ਦੇ ਕੋਈ ਸੱਜਣ ਸੀਗੇ ਜੋ ਸਾਨੂੰ ਪਤਾ ਲੱਗਿਆ ਕਿ ਹੋਟਲ ਵਾਲੇ ਉਹ ਕਿਤੇ ਉੱਥੇ ਜਾ ਕੇ ਉਹਨਾਂ ਨੇ ਕਿਤੇ 2-4 ਦਿਨ ਰੈਸਟ ਕੀਤੀ ਹੋਊਗੀ। ਪਰ ਮੈਂ ਸਮਝਦਾ ਸਾਡੇ ਹੈੱਡਕੁਆਟਰ ਦੇਖ ਲੈਣ ਬਣੇ ਹੋਏ ਆ, ਸਾਡੀਆਂ ਟਰਾਲੀਆਂ ਵੇਖ ਲੈਣ ਬਣੀਆਂ ਹੋਈਆਂ ਜਿੱਥੇ ਅਸੀਂ ਜਾ ਕੇ ਸੌਂਦੇ ਹਾਂ, ਅਤੇ ਇਸ ਕਰਕੇ ਇੱਦਾਂ ਦੀ ਕੋਈ ਗੱਲ ਨਹੀਂ। ਅਸੀਂ ਤਾਂ ਆਪਣੇ ਬਣਾ ਰਹੇ ਹਾਂ ਉੱਥੇ, ਹੁਣ ਕੱਲ੍ਹ ਨੂੰ ਕਹਿਣਗੇ ਉਹਦੇ ਵਿੱਚ ਵੀ ਇਹ ਜੀ ਨਹੀਂ 5 ਸਟਾਰ ਵਾਲੀਆਂ ਸਾਰੀਆਂ ਜਿਹੜੀਆਂ ਸੁਵਿਧਾ ਲੈ ਲਈਆਂ ਅਸੀਂ ਆਪ। ਮੇਰਾ ਜਿੱਥੇ ਹੈੱਡਕੁਆਟਰ ਆ ਮੇਰੀ ਜਥੇਬੰਦੀ ਦਾ, ਅਸੀਂ ਉੱਥੇ ਮਕਾਨ ਬਣਾ ਰਹੇ ਹਾਂ ਔਰ ਕੋਸ਼ਿਸ਼ ਹੈ ਸਾਨੂੰ ਕਈ ਜਿਹੜੇ ਡੋਨਰ ਉਹ ਨਹੀਂ ਕਹਿਤਾ ਤੁਹਾਨੂੰ ਏਸੀ ਵੀ ਲਵਾ ਦੇਣੇ, ਤੇ ਫਿਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਜੀ ਉਹ ਏਸੀ 'ਚ ਰਹਿੰਦੇ ਨੇ। ਜੇ ਹੁਣ ਆਪਾਂ ਅੰਦੋਲਨ ਲੜਨਾ ਤੇ ਇਹਦਾ ਮਤਲਬ ਇਹ ਥੋੜ੍ਹਾ ਵੀ ਜੇ ਆਪਾਂ ਅੰਦੋਲਨ ਦੇ ਵਿੱਚ ਕੋਈ ਆਪਣੀ ਸਾਧਨ ਆਪਣੇ ਆਪ ਪੈਦਾ ਕਰ ਲਏ, ਤੇ ਜਿਹੜੇ ਸਾਡੇ ਰਿਸ਼ਤੇਦਾਰ ਭੈਣ ਭਾਈ ਨੇ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਮੁਹੱਈਆ ਕਰਾਤੀਆਂ ਕਿ ਤੁਸੀਂ ਅੰਦੋਲਨ ਲੜੋ, ਤਕੜੇ ਹੋਵੋ, ਪਿੱਛੇ ਨਹੀਂ ਹਟਣਾ ਕਿਸੇ ਗੱਲੋਂ ਵੀ, ਤੇ ਫਿਰ ਕੋਈ ਏਡੀ ਗੱਲ ਨਹੀਂ ਹੈ। ਮੈਂ ਤਾਂ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਕਿ ਬਜ਼ੁਰਗ ਆਗੂ ਨੇ ਇੱਕ ਰਾਤ ਨੂੰ, ਜੇ ਹੁਣ ਲਾਈਏ ਸਰਦਾਰ ਰਾਜੇਵਾਲ ਸਾਹਿਬ ਨੇ, ਉਹਨਾਂ ਦੀ ਕਿੰਨੀ ਉਮਰ ਹੈ, ਆਪਾਂ ਉਹਨਾਂ ਦੇ ਕਿੰਤੂ ਪਰੰਤੂ ਕਰੀ ਜਾਈਏ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਸੋ ਕੋਈ ਗੱਲ ਨਹੀਂ, ਜੇ 1-2 ਆਗੂ ਸਾਡੇ ਕਿਤੇ ਹੋਟਲਾਂ 'ਚ ਚਲੇ ਵੀ ਗਏ ਹੁਣ, ਉਹਨੂੰ ਵੱਡਾ ਇਸ਼ੂ ਨਾ ਬਣਾਈਏ। ਮੈਂ ਤਾਂ ਇਹ ਕਹਾਂਗਾ ਜੇ ਉਹ ਆਪਣੇ ਖਰਚੇ 'ਤੇ ਉਹ ਪੈਸਾ ਕਿਸੇ ਦਾ ਨਾ ਵਰਤਣ, ਆਪਣੇ ਖਰਚੇ 'ਤੇ, ਕਿਉਂਕਿ ਵੈਲ ਸੈਟਲ ਨੇ, ਉਹਨਾਂ ਦੇ ਪਰਿਵਾਰ ਬਾਹਰ ਨੇ ਜਿਨ੍ਹਾਂ ਦੇ ਨਾਂ ਆਏ ਨੇ, ਤੇ ਉਹ ਜੇ ਆਪਣੇ ਖਰਚੇ 'ਤੇ ਕਿਤੇ ਹੋਟਲ ਜਾ ਕੇ ਰਹਿੰਦੇ ਵੀ ਨੇ ਤੇ ਉਹਦੇ ਵਿੱਚ ਕੀ ਮਾੜੀ ਗੱਲ ਹੈ। ਮੈਂ ਤਾਂ ਕਹਾਂਗਾ ਉਹਨੂੰ ਐਵੇਂ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ। ਉਹ ਕਿਸੇ ਦਾ ਜਨਤਾ ਦਾ ਪੈਸਾ ਨਾ ਖਰਚਣ, ਆਪਣੀ ਪੋਕਟ 'ਚੋਂ ਪੈਸਾ ਖਰਚ ਕੇ ਕੋਈ ਕਿਤੇ ਵੀ ਜਾ ਕੇ ਰਹੇ, ਉਹ 'ਤੇ ਕਿਸੇ ਨੂੰ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਇੱਕ ਲਾਸਟ ਸਵਾਲ, ਕੱਲ੍ਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਜਾਂ ਹੋਰ ਜ਼ਿਲ੍ਹਾ ਵਾਸੀ ਨੇ, ਸ਼ਹਿਰ ਵਾਸੀ ਨੇ, ਕੀ ਅਪੀਲ ਕਰਨਾ ਚਾਹੋਗੇ? ਮੈਂ ਬਿਲਕੁਲ ਆਪਣੇ ਪੂਰੇ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ, ਖਾਸ ਕਰ ਮੇਰੀ ਰਿਹਾਇਸ਼ ਹੁਸ਼ਿਆਰਪੁਰ ਆ, ਮੈਂ ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਇਹ ਅਪੀਲ ਕਰਾਂਗਾ ਕਿ ਆਪਣੇ ਸਾਰੀਆਂ ਦੁਕਾਨਾਂ ਬੰਦ ਕਰਕੇ, ਆੜਤੀ ਐਸੋਸੀਏਸ਼ਨ ਨੂੰ ਕਹਾਂਗਾ ਮੰਡੀਆਂ ਬੰਦ ਕਰਕੇ, ਔਰ ਜਿੰਨੇ ਵੀ ਸਾਡੇ ਟੈਕਸੀ ਯੂਨੀਅਨ ਦੇ ਵੀਰ ਨੇ ਉਹਨੂੰ ਆਪਣੀਆਂ ਟੈਕਸੀਆਂ ਨੂੰ ਰੋਕ ਲਗਾ ਕੇ ਬੰਦ ਕਰਕੇ, ਜਿੰਨੇ ਵੀ ਬਾਕੀ ਕਿੱਤਿਆਂ ਵਾਲੇ ਵੀਰ ਨੇ, ਇੱਕ ਦਿਨ ਵਾਸਤੇ ਤੁਸੀਂ ਕਿਸਾਨਾਂ ਦੇ ਨਾਮ, ਮਜ਼ਦੂਰਾਂ ਦੇ ਨਾਮ, ਆਪਣੇ ਨਾਮ, ਕਿਉਂਕਿ ਇਹ ਤੁਹਾਡੀ ਵੀ ਲੜਾਈ ਹੈ, ਜਿਹੜੇ ਜ਼ਰੂਰੀ ਵਸਤਾਂ ਸੋਧ ਵੇਲੇ ਹੈ, ਇਹਦੇ ਵਿੱਚ ਵੱਡਾ ਨੁਕਸਾਨ ਆਮ ਵਰਗ ਦਾ ਵੀ ਹੋਣਾ ਜਦੋਂ ਉਹਨੇ ਸਾਰਾ ਕੁਝ ਇਹ ਸਟਾਕ ਕਰ ਲਿਆ। ਸੋ ਇਸ ਕਰਕੇ ਆਪਣੀ ਲੜਾਈ ਦੇ ਵਿੱਚ ਸ਼ਾਮਲ ਹੋਵੋ। ਇਹ ਪੂਰਨ ਇਹਨੂੰ ਬੰਦ ਦਾ ਸੱਦਾ, ਇਹਨੂੰ ਪੂਰਾ ਆਪਾਂ ਯਕੀਨੀ ਤੌਰ 'ਤੇ ਇਹਨੂੰ ਸੰਪੂਰਨ ਕਰੀਏ ਤਾਂ ਕਿ ਸੈਂਟਰ ਸਰਕਾਰ ਨੂੰ ਕਿਤੇ ਨਾ ਕਿਤੇ ਪਤਾ ਲੱਗੇ ਵੀ ਇਹ ਜਿਹੜਾ ਬੰਦ ਕੀਤਾ ਇਹ ਇਕੱਲਾ ਪੰਜਾਬ ਹੀ ਨਹੀਂ ਹੋਇਆ, ਪੂਰਾ ਭਾਰਤ ਬੰਦ ਹੋਇਆ। ਪੂਰੇ ਭਾਰਤ ਦੇ ਵਿੱਚ ਅਸੀਂ ਤਾਂ ਇਹ ਸੰਕਲਪ ਲਿਆ ਵੀ ਇਹ ਪੂਰਾ ਪੂਰਨ ਬੰਦ ਹੋਣਾ ਚਾਹੀਦਾ। ਸੋ ਇਹ ਅਸੀਂ ਬੇਨਤੀ ਕਰਾਂਗੇ ਇਹਦੇ ਵਿੱਚ ਸਹਿਯੋਗ ਕੀਤਾ ਜਾਵੇ। ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਔਰ ਹਰ ਇੱਕ ਗੱਲ ਦਾ ਜਵਾਬ ਉਹਨਾਂ ਵੱਲੋਂ ਬੜੀ ਬੇਬਾਕੀ ਤਰੀਕੇ ਨਾਲ ਦਿੱਤਾ ਗਿਆ ਔਰ ਨਾਲ ਦੇ ਨਾਲ ਪੰਜਾਬ ਵਾਸੀਆਂ ਨੂੰ ਵੀ ਕੱਲ੍ਹ ਬੰਦ ਦੌਰਾਨ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਹੈ। ਕੈਮਰਾ ਪਰਸਨ ਹੈਪੀ ਕੁਮਾਰ ਦੇ ਨਾਲ ਚੇਤਨ ਕਸ਼ਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।